ਹੈਲੋ ਸਟੂਡੈਂਟਸ, ਅੱਜ ਅਸੀਂ ਡੈਲਰਸ ਕਮਿਸ਼ਨ ਦੇ ਪਿਲਰਸ ਦੇ ਵਿੱਚੋਂ ਥਰਡ ਪਿਲਰ ਕਰਾਂਗੇ ਲਰਨਿੰਗ ਟੂ ਲਿਵ ਟੂਗੈਦਰ। ਪਹਿਲਾਂ ਦੋ ਪਿਲਰਸ ਅਸੀਂ ਕਰ ਚੁੱਕੇ, ਅੱਜ ਤੀਸਰਾ ਹੈ ਸਾਡਾ। ਪਹਿਲਾਂ ਇੰਟਰੋਡਕਸ਼ਨ ਦੇਖਦੇ ਹਾਂ ਇਸ ਦੀ। Learning to live together is one of the most vital to building a genuine and lasting culture of peace throughout the world. It can be achieved by developing an understanding of others and their history, traditions, and spiritual values. In learning to live together, it is necessary to devise a form of education which will make it possible to avoid conflicts or resolve them peacefully by promoting learning to live together with others. By developing a spirit of respect for the values of pluralism and the need of mutual understanding and peace. ਜਿਹੜਾ ਇਹ ਪਿਲਰ ਆ ਲਰਨਿੰਗ ਟੂ ਲਿਵ ਟੂਗੈਦਰ, ਅਸੀਂ ਬੱਚਿਆਂ ਨੂੰ ਇਹਦੇ ਵਿੱਚ ਇਹ ਸਿਖਾਉਣਾ ਹੈ ਕਿ ਇੱਕ ਦੂਜੇ ਨਾਲ ਮਿਲ ਕੇ ਕਿਵੇਂ ਰਹਿਣਾ ਹੈ। ਕਿਉਂ ਸਿਖਾਉਣਾ ਹੈ? ਕਿਉਂਕਿ ਇਹ ਜਿਹੜੀ ਅੱਜ ਦੀ ਦੁਨੀਆ ਹੈ, ਗਲੋਬਲਾਈਜੇਸ਼ਨ ਆ, ਦੁਨੀਆ ਜਿਹੜੀ ਸਿੰਗੜ ਕੇ ਇੱਕ ਦੂਜੇ ਦੇ ਨੇੜੇ ਆਈ ਹੋਈ ਆ, ਇੱਕ ਦੂਜੇ ਦੇ ਲਿੰਕ 'ਚ ਆਈ ਹੋਈ ਆ, ਤਾਂ ਇੱਥੇ ਬਹੁਤ ਜ਼ਰੂਰੀ ਆ ਕਿ ਬੱਚਿਆਂ ਨੇ ਜੇ ਇੱਥੇ ਸੋਸਾਇਟੀ ਦੇ ਵਿੱਚ, ਦੁਨੀਆ ਦੇ ਵਿੱਚ ਐਡਜਸਟ ਕਰਨਾ ਹੈ ਤਾਂ ਉਹਨਾਂ ਨੂੰ ਇੱਕ ਦੂਜੇ ਨਾਲ ਮਿਲ ਕੇ ਰਹਿਣਾ ਆਉਣਾ ਚਾਹੀਦਾ ਹੈ। ਇੱਕ ਦੂਜੇ ਦੇ ਕਲਚਰ ਨੂੰ, ਹਿਸਟਰੀ ਨੂੰ, ਟ੍ਰੈਡੀਸ਼ਨਸ ਨੂੰ, ਉਹਨਾਂ ਦੀਆਂ ਵੈਲਿਊਜ਼ ਨੂੰ ਸਮਝਣਾ, ਉਹਨਾਂ ਦੀਆਂ ਵੈਲਿਊਜ਼ ਦੀ ਰਿਸਪੈਕਟ ਕਰਨੀ। ਇੱਕ ਐਜੂਕੇਸ਼ਨ ਦੀ ਸਹਾਇਤਾ ਨਾਲ ਇਸ ਤਰ੍ਹਾਂ ਦੇ ਮਾਮਲੇ ਜਿਹੜੇ ਕਿ ਨਾ ਸੁਲਝ ਸਕਣ ਉਹਨਾਂ ਨੂੰ ਪੀਸਫੁਲੀ ਸਮਝਾਉਣਾ, ਇੱਕ ਦੂਜੇ ਨਾਲ ਮਿਲ ਕੇ ਰਹਿਣ ਦੀ ਆਦਤ ਪਾਉਣੀ, ਅਤੇ ਦੂਜੇ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਦੀ ਰਿਸਪੈਕਟ ਕਰਨੀ, ਲੇਬਰ ਦੀ ਰਿਸਪੈਕਟ ਕਰਨੀ। ਜਿਹੜੀ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਉਹ ਸਾਡੀ 21ਵੀਂ ਸਦੀ ਦੀ ਸਿੱਖਿਆ ਦੀ ਜ਼ਰੂਰਤ ਨੇ। ਤਾਂ ਇਹੀ ਲਰਨਿੰਗ ਟੂ ਲਿਵ ਟੂਗੈਦਰ ਆ ਜਿਹੜਾ ਅਸੀਂ ਬੱਚਿਆਂ ਦੇ ਵਿੱਚ ਡਿਵੈਲਪ ਕਰਨਾ ਹੈ। Learning to live together implies that teachers should help the students to develop an understanding of other people and appreciation of interdependency since we live in a closely connected world. ਤਾਂ ਇੱਕ ਦੂਜੇ ਦੇ ਉੱਤੇ ਨਿਰਭਰਤਾ ਨੂੰ ਸਪਸ਼ਟ ਦੱਸਣਾ, ਸ਼ਰੇਆਮ ਦੱਸਣਾ ਕਿ ਅਸੀਂ ਇੱਕ ਦੂਜੇ 'ਤੇ ਨਿਰਭਰ ਕਰਦੇ ਹਾਂ। ਇਹ ਅਧਿਆਪਕ ਕਰ ਸਕਦਾ ਹੈ ਭੂਮਿਕਾ ਦਾ ਕਿ ਜਿਹੜੇ ਬੱਚੇ ਨੇ ਉਹ ਇੱਕ ਦੂਜੇ ਦੀ ਰਿਸਪੈਕਟ ਕਰਨ, ਇੱਕ ਦੂਜੇ ਦੀ ਪ੍ਰਸ਼ੰਸਾ ਕਰਨ ਅਤੇ ਇੱਕ ਦੂਜੇ ਦੇ ਨਾਲ ਮਿਲ ਜੁਲ ਕੇ ਦੁਨੀਆ ਦੇ ਵਿੱਚ ਰਹਿਣਾ ਸਿੱਖਣ। ਟੂ ਲਰਨ ਟੂ ਲਿਵ ਟੂਗੈਦਰ, ਕਿਵੇਂ ਸਿੱਖਣਾ ਇੱਕ ਦੂਜੇ ਨਾਲ ਇਕੱਠੇ ਮਿਲ ਕੇ ਰਹਿਣਾ। ਤਾਂ ਐਜੂਕੇਸ਼ਨ ਦਾ ਰੋਲ ਇੱਥੇ ਆ ਜਾਂਦਾ ਏ। ਤਾਂ ਜੇ ਤੁਹਾਨੂੰ ਸ਼ਾਰਟ ਨੋਟ ਆਉਂਦਾ ਇਸ ਕੁਐਸਚਨ 'ਚ ਤਾਂ ਕੀ ਐਜੂਕੇਸ਼ਨ ਦਾ ਕੀ ਰੋਲ ਆ, ਤਾਂ ਵੀ ਤੁਸੀਂ ਅਟੈਂਪਟ ਕਰ ਸਕਦੇ ਹੋ। 5-6 ਜੋ ਵੀ ਇਹ ਪੁਆਇੰਟਸ ਦਿੱਤੇ ਹੋਏ ਨੇ। ਪਹਿਲਾ ਤਾਂ ਹੈਗਾ ਇੰਸਟਿਲ ਇਨ ਦੈਮ ਐਨ ਅਵੇਅਰਨੈਸ ਆਫ ਸਿਮਿਲੈਰਿਟੀਜ਼ ਐਂਡ ਇੰਟਰਡਿਪੈਂਡੈਂਸੀ ਆਫ ਆਲ ਪੀਪਲ। ਇੱਕ ਦੂਜੇ ਨੂੰ ਜਾਗਰਤ ਕਰਨਾ, ਬੱਚਿਆਂ ਨੂੰ ਜਾਗਰਤ ਕਰਨਾ ਕਿ ਸਾਰੇ ਇੱਕ ਦੂਜੇ ਨਾਲ ਮਿਲ ਜੁਲ ਕੇ ਰਹਿਣਗੇ ਤਾਂ ਹੀ ਮਨੁੱਖਤਾ ਦਾ ਭਲਾ ਹੋ ਸਕਦਾ ਅਤੇ ਇੱਕ ਦੂਜੇ ਨਾਲ ਨਿਰਭਰਤਾ ਜਿਹੜੀ ਬਣੀ ਰਹਿ ਸਕਦੀ ਹੈ। Children should be taught to understand other people's reaction by looking at things from their point of view. ਬੱਚਿਆਂ ਨੂੰ ਇਹ ਸਿਖਾਉਣਾ ਕਿ ਦੂਜਿਆਂ ਦੇ ਰਿਐਕਸ਼ਨ ਨੂੰ ਆਪਣੇ ਪੁਆਇੰਟ ਆਫ ਵਿਊ ਨਾਲ ਕਿਵੇਂ ਦੇਖਣਾ ਹੈ, ਕਿਵੇਂ ਸਮਝਣਾ ਹੈ ਦੂਜਿਆਂ ਦੀ ਭਾਵਨਾਵਾਂ ਨੂੰ, ਉਹਨਾਂ ਨੂੰ ਅੰਡਰਸਟੈਂਡ ਕਿਵੇਂ ਕਰਨਾ ਹੈ। ਟੀਚ ਸਟੂਡੈਂਟ ਅਬਾਊਟ ਹਿਊਮਨ ਡਾਇਵਰਸਿਟੀ, ਕਿਉਂਕਿ ਮਨੁੱਖ ਭਿੰਨ ਭਿੰਨ ਨੇ। ਹਰੇਕ ਖੇਤਰ ਦੇ ਜਿਹੜੇ ਮਨੁੱਖ ਨੇ, ਦੇਸ਼ ਦੇ ਮਨੁੱਖ ਨੇ, ਉਹਨਾਂ ਦੀ ਜਿਹੜੀ ਬਣਤਰ ਆ ਉਹ ਭਿੰਨ ਭਿੰਨ ਆ, ਰੰਗ ਰੂਪ ਭਿੰਨ ਭਿੰਨ ਆ। ਤਾਂ ਇਸ ਤਰ੍ਹਾਂ ਨਾਲ ਜਿਹੜੀ ਡਾਇਵਰਸਿਟੀ ਆ ਮਾਨਵਤਾ ਦੇ ਵਿੱਚ, ਉਹਦੇ ਬਾਰੇ ਬੱਚਿਆਂ ਨੂੰ ਸਮਝਾਉਣਾ। Spirit of empathy is encouraged in schools. It has a positive effect on young persons' social behavior for rest of their lives. Empathy ਦੀ ਸਪਿਰਿਟ ਡਿਵੈਲਪ ਕਰਨੀ, ਇੱਕ ਦੂਜੇ ਨਾਲ ਮਿਲ ਜੁਲ ਕੇ ਰਹਿਣ ਦੀ ਭਾਵਨਾ ਵਿਕਸਿਤ ਕਰਨੀ। ਇਹਦੇ ਨਾਲ ਕੀ ਆ, ਜਿਹੜੇ ਛੋਟੇ ਛੋਟੇ ਬੱਚੇ ਨੇ ਉਹਨਾਂ ਦੇ ਉੱਤੇ ਪੋਜ਼ੀਟਿਵ ਇਫੈਕਟ ਪੈਂਦਾ ਹੈ ਅਤੇ ਜਿਹੜਾ ਸਾਰੀ ਉਮਰ ਉਹਨਾਂ ਨੂੰ ਸੋਸ਼ਲ ਬਿਹੇਵੀਅਰ ਦੇ ਵਿੱਚ ਰਲ ਮਿਲ ਕੇ ਰਹਿਣਾ ਸਿਖਾਉਂਦਾ ਹੈ। ਸਕੂਲ ਸ਼ੁੱਡ ਪ੍ਰਮੋਟ ਸੋਸ਼ਲ ਅਵੇਅਰਨੈਸ, ਅਸੈਪਟੈਂਸ ਐਂਡ ਰਿਸਪੈਕਟ।
ਅੱਗੇ ਅਸੀਂ ਕਹਾਂਗੇ ਕਿ ਸਕੂਲ ਜੋ ਵੀ ਰੋਲ ਅਦਾ ਕਰਦਾ, ਇਸ ਤੋਂ ਬਿਨਾਂ ਅਸੀਂ ਹੋਰ ਕੀ ਬੱਚਿਆਂ ਦਾ ਜਿਹੜਾ ਐਜੂਕੇਸ਼ਨ ਰਾਹੀਂ ਅਸੀਂ ਕਿਵੇਂ ਬੱਚਿਆਂ ਨੂੰ ਅਸੀਂ ਇੱਕ ਦੂਜੇ ਨਾਲ ਮਿਲ ਕੇ ਰਹਿਣਾ ਸਿਖਾ ਸਕਦੇ ਹਾਂ। ਇਹਦੇ ਦੋ ਅਪਰੋਚਿਸ ਅਸੀਂ ਦੇਖ ਸਕਦੇ ਹਾਂ। ਵਨ ਫਰੋਮ ਅਰਲੀ ਚਾਈਲਡਹੁੱਡ ਐਂਡ ਸੈਕਿੰਡ ਲਾਈਫ ਲੌਂਗ ਪ੍ਰੋਸੈਸ ਦੇ ਤੌਰ 'ਤੇ। ਤਾਂ ਸਭ ਤੋਂ ਪਹਿਲਾਂ ਅਸੀਂ ਕਹਾਂਗੇ ਡਿਸਕਵਰੀ ਆਫ ਅਦਰਸ, ਐਨਕਰੇਜਮੈਂਟ ਇਨ ਕਾਮਨ ਪ੍ਰੋਜੈਕਟਸ। ਡਿਸਕਵਰੀ ਆਫ ਅਦਰ ਦੇ ਵਿੱਚ ਅਸੀਂ ਸਿਲੇਬਸ ਦੇ ਵਿੱਚ ਵੀ ਇਹ ਚੀਜ਼ਾਂ ਪਾਈਆਂ ਹੋਈਆਂ ਨੇ ਸਾਡੇ ਕਿ ਦੂਜੇ ਦੇਸ਼ਾਂ ਦਾ ਕਲਚਰ, ਦੂਜੇ ਦੇਸ਼ਾਂ ਦਾ ਇਤਿਹਾਸ ਅਤੇ ਉਹਨਾਂ ਦੀ ਡਿਵੈਲਪਮੈਂਟ ਬਾਰੇ ਅਸੀਂ ਜਿਵੇਂ ਜੀਓਗ੍ਰਾਫੀ ਸਬਜੈਕਟ ਆ ਉਹਦੇ ਵਿੱਚ ਪੜ੍ਹਦੇ ਹਾਂ, ਜਾਂ ਜੋ ਵੀ ਉਹਨਾਂ ਦੇ ਰੈਵੋਲੂਸ਼ਨਸ ਹੋਏ ਨੇ ਉਹ ਅਸੀਂ ਹਿਸਟਰੀ 'ਚ ਪੜ੍ਹਦੇ ਹਾਂ। ਤਾਂ ਇਸ ਤਰ੍ਹਾਂ ਸਾਰੇ ਦੇਸ਼ਾਂ ਦਾ ਇੱਕ ਦੂਜੇ ਪ੍ਰਤੀ ਜਿਹੜਾ ਹੈ ਉਹ ਜਾਣ ਜਾਂਦੇ ਨੇ ਇੱਕ ਦੂਜੇ ਨੂੰ ਸਾਰੇ। ਤਾਂ ਦੂਜਿਆਂ ਨੂੰ ਜਾਣਨਾ, ਪਹਿਚਾਨਣਾ, ਇਹੀ ਕੰਮ ਸਿੱਖਿਆ ਕਰਾਉਂਦੀ ਆ। ਫਿਰ ਐਨਕਰੇਜਮੈਂਟ ਇਨ ਕਾਮਨ ਪ੍ਰੋਜੈਕਟਸ, ਕਾਮਨ ਪ੍ਰੋਜੈਕਟ ਦੇ ਕੇ ਬੱਚਿਆਂ ਦੇ ਵਿੱਚ ਕੋਆਪਰੇਸ਼ਨ ਦੀ ਭਾਵਨਾ ਡਿਵੈਲਪ ਕਰਨੀ। ਕਾਮਨ ਪ੍ਰੋਜੈਕਟਸ ਨੂੰ ਜਿਹੜਾ ਹੈ ਉਹ ਵੱਧ ਤੋਂ ਵੱਧ ਲਾਗੂ ਕਰਨਾ, ਜਾਂ ਇਹ ਕਹਿ ਸਕਦੇ ਹੋ ਕਿ ਵਰਤੋਂ ਵਿੱਚ ਲੈ ਕੇ ਆਉਣਾ। ਤਾਂ ਕਾਮਨ ਪ੍ਰੋਜੈਕਟਾਂ ਦੇ ਵਿੱਚ ਤੁਸੀਂ ਕਾਮਨ ਜਿਹੜੀਆਂ ਚੀਜ਼ਾਂ ਨੇ ਸੁਸਾਇਟੀ ਨਾਲ ਰਿਲੇਟਡ ਉਹ ਦੇ ਸਕਦੇ ਹੋ, ਤਾਂ ਕਿ ਬੱਚੇ ਜਿਹੜਾ ਸੁਸਾਇਟੀ 'ਚ ਇੰਟਰੈਕਸ਼ਨ ਕਰ ਸਕਣ ਅਤੇ ਇਕੱਠੇ ਰਹਿਣ ਦੀ ਭਾਵਨਾ ਜਿਹੜੀ ਉਹਨਾਂ 'ਚ ਆ ਸਕੇ। ਇਹਦੇ ਵਿੱਚ ਪਛੜੇ ਖੇਤਾਂ ਦਾ ਨਵੀਨੀਕਰਨ ਕਰਨਾ, ਬੈਕਵਰਡ ਏਰੀਆ, ਸਲਮ ਏਰੀਆਜ਼ ਦੀ ਜਿਹੜੀ ਡਿਵੈਲਪਮੈਂਟ ਕਰਨੀ ਉਹ ਆ ਜਾਂਦੀ ਆ। ਗਰੀਬਾਂ ਦੀ ਮਦਦ ਕਰਨੀ, ਜਿਹੜੇ ਬਜ਼ੁਰਗ ਨੇ, ਜਿਹੜੇ ਓਲਡ ਏਜਡ ਪਰਸਨ ਨੇ ਜਿਹੜੇ, ਉਹਨਾਂ ਦੀ ਮਦਦ ਕਰਨੀ, ਮਨੁੱਖਤਾ ਦੀ ਸੇਵਾ ਕਰਨੀ, ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕਰਨੀਆਂ ਜਿਹਦੇ ਨਾਲ ਜਿਹੜਾ ਇਹ ਸੁਸਾਇਟੀ ਦਾ ਭਲਾ ਹੋ ਸਕੇ। ਤਾਂ ਇਸ ਤਰ੍ਹਾਂ ਦੇ ਸਾਂਝੇ ਪ੍ਰੋਜੈਕਟ ਨੇ ਜਿਹੜੇ ਉਹ ਬੱਚਿਆਂ ਨੂੰ ਦਿੱਤੇ ਜਾ ਸਕਦੇ ਨੇ। ਅੱਗੇ ਵੈਲਿਊਜ਼ ਟੂ ਬੀ ਡਿਵੈਲਪਡ ਅਮੰਗ ਸਟੂਡੈਂਟਸ, ਬੱਚਿਆਂ ਦੇ ਵਿੱਚ ਵੈਲਿਊਜ਼ ਡਿਵੈਲਪ ਕਰਨੀਆਂ। ਕਿਹੜੀਆਂ ਵੈਲਿਊਜ਼ ਡਿਵੈਲਪ ਹੋ ਸਕਦੀਆਂ ਨੇ? ਕੋਆਪਰੇਸ਼ਨ ਦੀ ਭਾਵਨਾ ਡਿਵੈਲਪ ਹੋ ਸਕਦੀ ਆ, ਕਦਰਾਂ ਕੀਮਤਾਂ ਜਿਹੜੀਆਂ ਨੇ ਉਹਨਾਂ ਦੀ ਡਿਵੈਲਪਮੈਂਟ ਹੋ ਸਕਦੀ ਆ, ਮੋਰਲ ਵੈਲਿਊਜ਼, ਇਕੁਐਲਿਟੀ, ਕੋਆਪਰੇਸ਼ਨ, ਡਾਈਵਰਸਿਟੀ ਇਨ ਹਿਊਮਨ ਬੀਇੰਗਸ। ਉਹ ਸਮਝਣ ਕਿ ਮਨੁੱਖ ਨੇ ਜਿਹੜੇ ਅਲੱਗ-ਅਲੱਗ ਨੇ ਅਤੇ ਉਹਨਾਂ ਦੀ ਉਸੇ ਤਰ੍ਹਾਂ ਜਿਹੜੀ ਆ ਉਹ ਪ੍ਰਸ਼ੰਸਾ ਕਰਨ, ਜਾਂ ਉਹਨਾਂ ਨੂੰ ਰਿਸਪੈਕਟ ਦੇਣ, ਜਾਂ ਉਹਨਾਂ ਨੂੰ ਸਮਾਨਤਾ ਭਾਵ ਨਾਲ ਦੇਖਣ। ਫਿਰ ਰੋਲ ਆਫ ਟੀਚਰ ਆ, ਰੋਲ ਆਫ ਟੀਚਰ ਵੀ ਬਹੁਤ ਇੰਪੋਰਟੈਂਟ ਹੈ ਇੱਥੇ। ਅਧਿਆਪਕ ਆ ਜਿਹਨੇ ਸਾਰੀਆਂ ਵੈਲਿਊ ਸਿਖਾਉਣੀਆਂ ਨੇ ਬੱਚਿਆਂ ਨੂੰ, ਅਤੇ ਇਸ ਤੋਂ ਬਿਨਾਂ ਜਿਹੜਾ ਲਰਨਿੰਗ ਟੂ ਲਿਵ ਟੂਗੈਦਰ ਆ, ਇਹਦੇ ਵਿੱਚ ਅਧਿਆਪਕ ਦਾ ਰੋਲ ਇਹ ਆ ਕਿ ਲਰਨਿੰਗ ਅਸੀਂ ਕਹਿੰਦੇ ਹਾਂ, ਲਰਨਿੰਗ ਦਾ ਅਧਿਆਪਕ ਜਾਂ ਗਾਈਡ ਥਰੂ ਹੀ ਹੋ ਸਕਦੀ ਆ, ਜੋ ਕੋਈ ਗਾਈਡ ਕਰਦਾ ਏ। ਤਾਂ ਇੱਥੇ ਫਾਰਮਲ ਲਰਨਿੰਗ ਆ। ਤਾਂ ਅਸੀਂ ਸਕੂਲਾਂ ਦੇ ਵਿੱਚ 21ਵੀਂ ਸਦੀ ਦੇ ਵਿੱਚ ਇਸ ਤਰ੍ਹਾਂ ਦੀ ਐਜੂਕੇਸ਼ਨ ਦੇਣੀ ਆ ਕਿ ਬੱਚੇ ਨੇ ਜਿਹੜੇ ਉਹ ਇੱਕ ਦੂਜੇ ਨਾਲ ਰਹਿਣਾ ਸਿੱਖਣ। ਬਹੁਤ ਸਾਰੀਆਂ ਜਿਹੜੀਆਂ ਡੈਮੋਕ੍ਰੇਟਿਕ ਵੈਲਿਊਜ਼ ਨੇ, ਜਿਹੜੀਆਂ ਮੋਰਲ ਵੈਲਿਊਜ਼ ਨੇ, ਉਹ ਸਿੱਖ ਸਕਣ, ਤਾਂ ਕਿ ਜਿਹੜੇ ਇੱਕ ਦੂਜੇ ਦੀ ਰਿਸਪੈਕਟ ਕਰ ਸਕਣ। Learning to live together involves developing, broadening, or changing perceptions of an attitude towards ourselves or others. Learning to live together ਕਹਿੰਦਾ ਇਹ ਕੀ ਆ ਇਹਦੇ ਵਿੱਚ, ਕੀ ਆ ਇਨਵੋਲਵ ਇਹਦੇ ਵਿੱਚ? ਡਿਵੈਲਪਿੰਗ, ਵਿਕਾਸ ਕਰਨਾ, ਅੱਗੇ ਵਧਣਾ, ਆਪਣੀਆਂ ਮਾਨਤਾਵਾਂ ਨੇ ਜਿਹੜੀਆਂ, ਆਪਣਾ ਵਤੀਰਾ ਹੈ ਦੂਜਿਆਂ ਪ੍ਰਤੀ, ਉਸ ਨੂੰ ਚੇਂਜ ਕਰਨਾ। The way we behave in our daily encounters and interactions with others, ਸਾਡਾ ਉਹ ਢੰਗ ਜਿਹਦੇ ਨਾਲ ਅਸੀਂ ਇੱਕ ਦੂਜੇ ਨਾਲ ਵਤੀਰਾ ਕਰਦੇ ਹਾਂ, ਉਸ ਨੂੰ ਵਾਂਚਣਾ ਅਤੇ ਉਸ ਨੂੰ ਬਦਲਣਾ। Learning to live together in peace and harmony is a dynamic, holistic and lifelong process. ਇਕੱਠੇ ਰਹਿਣ ਲਈ ਸਿੱਖਣਾ ਜਿਹੜਾ ਉਹ ਇੱਕ ਸ਼ਾਂਤੀ ਕਾਇਮ ਕਰਨ ਲਈ ਇੱਕ ਜਿਹੜੀ ਗਤੀਆਤਮਕ ਚੰਗੀ ਸੋਚ ਅਤੇ ਲਾਈਫ ਲੌਂਗ ਪ੍ਰੋਸੈਸ ਆ, ਜਿਹਦੇ ਰਾਹੀਂ ਮਿਊਚੁਅਲ ਰਿਸਪੈਕਟ, ਅੰਡਰਸਟੈਂਡਿੰਗ, ਕੇਅਰਿੰਗ, ਸ਼ੇਅਰਿੰਗ, ਕੰਪੈਸ਼ਨ, ਸੋਸ਼ਲ ਰਿਸਪੋਂਸੀਬਿਲਿਟੀ, ਸੋਲੀਡਰਿਟੀ, ਐਕਸੈਪਟੈਂਸ ਐਂਡ ਟੋਲਰੈਂਸ ਆਫ ਡਾਈਵਰਸਿਟੀ ਅਮੰਗ ਇੰਡੀਵਿਜੂਅਲਸ ਐਂਡ ਗਰੁੱਪਸ, ethnic, social, cultural, religious, national and regional, are interlaced and practical together to solve problems, to work towards a just and free
ਪੀਸਫੁਲ ਐਂਡ ਡੈਮੋਕ੍ਰੈਟਿਕ ਸੁਸਾਇਟੀ, ਇਸ ਤਰ੍ਹਾਂ ਦੇ ਨਾਗਰਿਕ ਤਿਆਰ ਕਰਨਾ ਜਿਹੜੇ ਇੱਕ ਦੂਜੇ ਨੂੰ ਸਮਝਣ, ਇੱਕ ਦੂਜੇ ਦੀਆਂ ਭਾਵਨਾਵਾਂ ਸਮਝਣ ਤੇ ਸੁਸਾਇਟੀ ਨੂੰ ਪੀਸਫੁਲੀ ਜਿਹੜਾ ਇਹ ਤਰੀਕੇ ਨਾਲ ਬਣਾਉਣ। ਇਹਦੀ ਇੰਪੋਰਟੈਂਸ ਕੀ ਆ? ਟੂ ਮੇਨਟੇਨ ਪੀਸ ਐਂਡ ਹਾਰਮੋਨੀ, ਕਿਉਂਕਿ ਅਸੀਂ ਸ਼ੁਰੂ ਤੋਂ ਇਹਦੀ ਇੰਪੋਰਟੈਂਸ ਦੇ ਪੁਆਇੰਟਸ ਵਿੱਚ ਬਹੁਤ ਕੀਤੇ ਨੇ। ਇੰਡੀਪੈਂਡੈਂਸੀ ਇਨ ਹਿਊਮਨ ਸੁਸਾਇਟੀ, ਮਨੁੱਖ ਦੀ ਜਿਹੜੀ ਆ ਨਿਰਭਰਤਾ। ਕ੍ਰੀਏਟੀਵਿਟੀ ਇਨ ਸੋਸ਼ਲ ਲਿਵਿੰਗ, ਸੋਸ਼ਲ ਸਿਕਿਉਰਿਟੀ, ਅੰਡਰਸਟੈਂਡਿੰਗ ਆਫ ਸੈਲਫ ਟੂ ਅਦਰਸ, ਰਿਸਪੈਕਟ ਫਾਰ ਆਲ, ਜੁਆਇੰਟ ਪ੍ਰੋਜੈਕਟਸ, common objectives, social service, resolution of various conflicts। ਸ਼ਾਂਤੀ ਬਣਾ ਕੇ ਰੱਖਣੀ, ਇੱਕ ਦੂਜੇ ਤੇ ਨਿਰਭਰਤਾ, ਸਮਾਜਿਕ ਸੁਰੱਖਿਆ, ਆਪਣੇ ਆਪ ਨੂੰ ਤੇ ਦੂਜਿਆਂ ਨੂੰ ਸਮਝਣਾ, ਦੂਜਿਆਂ ਦੀ ਜਿਹੜੀ ਹੈ ਰਿਸਪੈਕਟ ਕਰਨੀ, ਸਾਂਝੇ ਪ੍ਰੋਜੈਕਟਾਂ 'ਚ ਕੰਮ ਕਰਨਾ, ਸਾਂਝੇ ਜਿਹੜੇ ਨੇ ਉਦੇਸ਼ ਬਣਾਉਣੇ, ਸਮਾਜ ਦੀ ਸੇਵਾ ਕਰਨੀ, ਅਲੱਗ-ਅਲੱਗ ਤਰ੍ਹਾਂ ਦੇ ਝਗੜੇ ਨਿਪਟਾਉਣੇ, ਇਹਨਾਂ ਦੇ ਵਿੱਚ ਇਹਦਾ ਮਹੱਤਵ ਹੈ। ਅੱਜ ਦੀ ਵੀਡੀਓ 'ਚ ਇੰਨਾ ਹੀ, ਅੱਗੇ ਫੇਰ ਅਗਲੀ ਵੀਡੀਓ ਦੇ ਵਿੱਚ ਮਿਲਾਂਗੇ। ਥੈਂਕਸ।